Hello, my dear students. Once again, welcome to Mantor Daljit's Tech Academy. I'm glad to see you back. Thank you for liking and sharing my video. I hope कि ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਔਰ ਪਲੇਲਿਸਟ ਨੂੰ ਐਕਸੈਸ ਕਰ ਰਹੇ ਹੋ ਔਰ ਅਗਰ ਨਹੀਂ ਕੀਤਾ then click the subscribe button ਔਰ ਅੱਜ ਦਾ ਲੈਸਨ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਫਾਰਮਸ ਦੇ ਉੱਪਰ HTML ਫਾਰਮਸ। ਸੋ HTML ਫਾਰਮਸ ਕਰਨ ਦੇ ਲਈ ਸਭ ਤੋਂ ਪਹਿਲੇ ਆਪਣਾ VS ਕੋਡ ਓਪਨ ਕਰ ਲਓ। ਸੋ ਸਭ ਤੋਂ ਪਹਿਲੇ ਅਸੀਂ ਇੱਕ ਨਵੀਂ ਫਾਈਲ ਕ੍ਰੀਏਟ ਕਰਨੀ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 9 ਔਰ ਸੇਵ ਕਰ ਰਹੀ ਹਾਂ ਫਾਈਲ ਨੂੰ lesson9.html ਦੇ ਨਾਲ। ਔਰ ਇਸ ਦੇ ਨਾਲ ਹੀ ਫਰਸਟ ਸਟੈਪ ਇਜ਼ ਟੂ ਬ੍ਰਿੰਗ ਦੀ ਬੋਇਲਰ ਪਲੇਟ। ਯੈਸ, ਬੋਇਲਰ ਪਲੇਟ ਆ ਗਈ ਹੈ ਔਰ ਨਾਲ ਹੀ ਅਸੀਂ ਗੋ ਲਾਈਵ ਦੇ ਉੱਪਰ ਕਲਿੱਕ ਕਰਕੇ ਸਰਵਰ ਨੂੰ ਸਟਾਰਟ ਕਰ ਰਹੇ ਹਾਂ ਔਰ ਸਾਡਾ ਸਰਵਰ ਔਨ ਹੋ ਗਿਆ। ਸਾਈਮਲਟੇਨੀਅਸਲੀ ਅਸੀਂ ਦੋਨੋਂ ਫਾਈਲਸ ਨੂੰ ਦੇਖ ਰਹੇ ਹਾਂ। ਸੋ ਹੁਣ ਅਸੀਂ ਸਟਾਰਟ ਕਰਦੇ ਹਾਂ ਬਾਈ ਚੇਂਜਿੰਗ ਦ ਟਾਈਟਲ ਆਫ ਦਿਸ ਵੈਬ ਪੇਜ। ਸਭ ਤੋਂ ਪਹਿਲੇ ਦਾ ਟਾਈਟਲ ਚੇਂਜ ਕਰ ਰਹੇ ਹਾਂ, ਦੈਟ ਇਜ਼ ਫਾਰਮਸ। ਔਰ तो बॉडी सैक्शन ਦੇ ਵਿੱਚ ਆ ਕੇ ਤੁਸੀਂ ਹੈਡਿੰਗ ਦੇ ਵਿੱਚ ਕੁਝ ਵੀ ਲਿਖ ਸਕਦੇ ਹੋ ਜਿਸ ਤਰ੍ਹਾਂ ਦਾ ਅਸੀਂ ਫਾਰਮ ਕ੍ਰੀਏਟ ਕਰਨਾ ਚਾਹ ਰਹੇ ਹਾਂ। ਲੈਟਸ ਅਸਿਊਮ ਦਿਸ ਇਜ਼ ਅ ਕਾਈਂਡ ਆਫ ਅ ਫੀਡਬੈਕ ਫਾਰਮ। तो ਅਸੀਂ ਇਸ ਫਾਰਮ ਦਾ ਨਾਮ ਰੱਖ ਰਹੇ ਹਾਂ ਹੈਡਿੰਗ ਦੇ ਵਿੱਚ ਫੀਡਬੈਕ ਫਾਰਮ। ਸੋ ਫਾਰਮ ਕ੍ਰੀਏਟ ਕਰਨ ਦੇ ਲਈ ਅਸੀਂ ਫਾਰਮ ਟੈਗ ਯੂਜ਼ ਕਰਦੇ ਹਾਂ। ਪਰ ਸਭ ਤੋਂ ਪਹਿਲੇ ਅਸੀਂ ਇਹ ਦੇਖ ਲਈਏ ਕਿ ਫਾਰਮ ਹੁੰਦਾ ਕੀ ਹੈ। ਜਦੋਂ ਵੀ ਤੁਸੀਂ ਕਿਸੇ ਵੈਬਸਾਈਟ ਦੇ ਉੱਪਰ ਕੋਈ ਇਨਪੁਟ ਦਿੰਦੇ ਹੋ, ਚਾਹੇ ਉਹ ਕਿਸੇ ਟੈਕਸਟ ਬਾਕਸ ਦੇ ਫਾਰਮ ਦੇ ਵਿੱਚ ਐਂਟਰ ਕਰਕੇ ਦੇ ਰਹੇ ਹੋ ਜਾਂ ਫਿਰ ਕਿਸੇ ਚੈੱਕ ਬਾਕਸ ਕਿਸੇ ਬਟਨ ਨੂੰ ਟਿਕ ਕਰ ਰਹੇ ਹੋ ਜਾਂ ਫਿਰ ਕਲਿੱਕ ਕਰ ਰਹੇ ਹੋ, ਉਹ ਸਾਰੀਆਂ ਚੀਜ਼ਾਂ ਇੱਕ ਇਨਪੁਟ ਦੀ ਤਰ੍ਹਾਂ ਕੰਮ ਕਰਦੀਆਂ ਹਨ ਤੇ ਉਹ ਇਨਪੁਟ ਅਸੀਂ ਇੱਕ ਫਾਰਮ ਦੇ ਉੱਪਰ ਲੈਂਦੇ ਹਾਂ। ਤਾਂ ਇਸ ਤਰ੍ਹਾਂ ਦਾ ਹੀ ਅਸੀਂ ਇੱਕ ਫਾਰਮ ਕ੍ਰੀਏਟ ਕਰਾਂਗੇ। ਸੋ ਫਾਰਮ ਕ੍ਰੀਏਟ ਕਰਨ ਲਈ ਅਸੀਂ ਯੂਜ਼ ਕਰਦੇ ਹਾਂ ਫਾਰਮ ਟੈਗ ਔਰ ਇਸ ਦੇ ਵਿੱਚ ਦੋ ਮੇਨ ਐਟਰੀਬਿਊਟਸ ਹੁੰਦੇ ਨੇ। ਵਨ ਇਜ਼ ਕਾਲਡ ਐਕਸ਼ਨ। ਐਕਸ਼ਨ ਜੋ ਹੁੰਦਾ ਹੈ ਇਹ ਸਾਨੂੰ ਇਹ ਦੱਸਦਾ ਹੈ ਕਿ ਸਾਡੇ ਇਸ ਫਾਰਮ ਦਾ ਡਾਟਾ ਕਿਸ ਜਗ੍ਹਾ ਤੇ ਜਾ ਕੇ ਸਬਮਿਟ ਹੋਏਗਾ। ਇਸ ਦਾ ਮੀਨਿੰਗ ਹੈ ਕਿ ਅਸੀਂ ਆਪਣੇ ਇਸ ਪੇਜ ਦਾ ਜੋ ਡਾਟਾ ਹੈ ਉਹ ਕਿਸ ਪੇਜ ਦੇ ਉੱਪਰ ਫਰਦਰ ਸਰਵਰ ਦੇ ਉੱਪਰ ਭੇਜਣਾ ਚਾਹੁੰਦੇ ਹਾਂ। ਨਾਰਮਲੀ ਅਸੀਂ ਇੱਥੇ PHP ਪੇਜ ਦਾ ਪਾਥ ਸਪੈਸੀਫਾਈ ਕਰਦੇ ਹਾਂ, ਪਰ ਰਾਈਟ ਨਾਓ ਅਸੀਂ ਕੋਈ PHP ਨਹੀਂ ਯੂਜ਼ ਕਰ ਰਹੇ, ਇਸ ਲਈ ਮੈਂ ਐਕਸ਼ਨ ਨੂੰ ਬਲੈਂਕ ਰੱਖਿਆ ਹੋਇਆ ਹੈ, ਮਤਲਬ ਡਬਲ ਕੋਟਸ ਦੇ ਵਿੱਚ ਮੈਂ ਕੋਈ ਵੀ ਫਾਈਲ ਮੈਂਸ਼ਨ ਨਹੀਂ ਕੀਤੀ। ਉਸ ਤੋਂ ਬਾਅਦ ਇਹਦੇ ਵਿੱਚ ਨੈਕਸਟ ਚੀਜ਼ ਆਉਂਦੀ ਹੈ ਕਿ ਕਿਸ ਮੈਥਡ ਦੇ ਥਰੂ ਤੁਸੀਂ ਡਾਟਾ ਸੈਂਡ ਕਰਨਾ ਚਾਹੁੰਦੇ ਹੋ। ਜੋ ਮੈਥਡ ਹੁੰਦਾ ਹੈ ਉਹਦੇ ਵਿੱਚ ਸਾਡੇ ਕੋਲ ਦੋ ਵੈਲਿਊਜ਼ ਹੋ ਸਕਦੀਆਂ ਨੇ। ਵਨ ਇਜ਼ ਕਾਲਡ ਗੈਟ ਔਰ ਸੈਕੰਡ ਜੋ ਹੈ ਉਹ ਪੋਸਟ ਹੁੰਦੀ ਹੈ। ਫॉर द टाइम बीइंग ਤੁਸੀਂ ਇਹ ਸਮਝ ਸਕਦੇ ਹੋ ਕਿ ਅਸੀਂ ਕੋਈ ਵੀ ਮੈਥਡ ਯੂਜ਼ ਕਰ ਸਕਦੇ ਹਾਂ, ਗੈਟ ਔਰ ਪੋਸਟ। ਸੋ ਉਸ ਤੋਂ ਬਾਅਦ ਤੁਸੀਂ ਫਾਰਮ ਦੇ ਅੰਦਰ ਡਿਫਰੈਂਟ ਐਲੀਮੈਂਟਸ ਐਡ ਕਰੋਗੇ। ਸੋ ਡਿਫਰੈਂਟ ਐਲੀਮੈਂਟਸ ਐਡ ਕਰਨ ਦਾ ਕੀ ਮਤਲਬ ਹੈ ਕਿ ਸਾਡੇ ਫਾਰਮ ਦੇ ਉੱਪਰ ਅਸੀਂ ਜੋ ਟੈਕਸਟ ਬਾਕਸਸ ਲਗਾਉਣਾ ਚਾਹੁੰਦੇ ਹਾਂ ਜਾਂ ਬਟਨਸ ਲਗਾਉਣਾ ਚਾਹੁੰਦੇ ਹਾਂ, ਚੈੱਕ ਬਾਕਸਸ ਲਗਾਉਣਾ ਚਾਹੁੰਦੇ ਹਾਂ, ਉਹ ਲਗਾਵਾਂਗੇ। ਸੋ ਉਹ ਲਗਾਉਣ ਦੇ ਲਈ ਸਭ ਤੋਂ ਪਹਿਲੇ ਅਸੀਂ ਇਨਪੁਟ ਟੈਗ ਯੂਜ਼ ਕਰਦੇ ਹਾਂ। ਇਨਪੁਟ ਟੈਗ ਦੇ ਅੰਦਰ ਸਾਡੇ ਕੋਲ ਬਹੁਤ ਸਾਰੇ ਐਲੀਮੈਂਟਸ ਨੇ ਜੋ ਅਸੀਂ ਐਂਟਰ ਕਰ ਸਕਦੇ ਹਾਂ। ਜਦੋਂ ਹੀ ਤੁਸੀਂ ਇਨਪੁਟ ਲਿਖੋਗੇ ਤੁਸੀਂ ਉਹਨਾਂ ਸਾਰੇ ਐਲੀਮੈਂਟਸ ਨੂੰ ਦੇਖ ਸਕਦੇ ਹੋ, ਜਿਸ ਤਰ੍ਹਾਂ ਇਨਪੁਟ ਚੈੱਕ ਬਾਕਸ, ਡੇਟ ਟਾਈਮ, ਈਮੇਲ, ਹਿਡਨ ਇਮੇਜ, ਮੰਥ, ਨੰਬਰ, ਇਹ ਸਾਰੇ ਜੋ ਨੇ ਇਹ ਫਾਰਮ ਦੇ ਉੱਪਰ ਡਿਫਰੈਂਟ ਐਲੀਮੈਂਟਸ ਨੇ। ਔਰ ਸਭ ਤੋਂ ਪਹਿਲਾ ਐਲੀਮੈਂਟ ਜੋ ਅਸੀਂ ਐਡ ਕਰ ਰਹੇ ਹਾਂ ਉਹ ਹੈ ਟੈਕਸਟ। ਇਨਪੁਟ ਟਾਈਪ ਇਜ਼ ਇਕੁਅਲ ਟੂ ਟੈਕਸਟ। ਔਰ ਉਸ ਤੋਂ ਬਾਅਦ ਅਸੀਂ ਉਸ ਐਲੀਮੈਂਟ ਦਾ ਕੋਈ ਨਾਮ ਦੇਣਾ ਹੁੰਦਾ ਹੈ। ਇਹ ਨਾਮ ਜੋ ਹੁੰਦਾ ਹੈ ਇਹ ਸਾਨੂੰ ਹੈਲਪ ਕਰਦਾ ਹੈ ਇਸ ਟੈਕਸਟ ਬਾਕਸ ਦੇ ਵਿੱਚ ਲਿਖੇ ਹੋਏ ਡਾਟਾ ਨੂੰ ਐਕਸੈਸ ਕਰਨ ਦੀ, ਜੋ ਕਿ ਸਾਨੂੰ ਲੇਟਰ ਔਨ ਜਾਵਾਸਕ੍ਰਿਪਟ ਜਾਂ ਫਿਰ PHP ਕਰਦੇ ਹੋਏ ਜ਼ਰੂਰਤ ਪਏਗੀ। ਸੋ ਅਸੀਂ ਇਸ ਦਾ ਕੋਈ ਨਾਮ ਲਿਖ ਦਿੰਦੇ ਹਾਂ। ਫॉर एग्जांपल ਕਿ ਮੈਂ ਇਸ ਦੇ ਵਿੱਚ ਯੂਜ਼ਰ ਨੇਮ ਐਂਟਰ ਕਰਵਾਉਣਾ ਹੈ ਤੇ ਮੈਂ ਇਸ ਦਾ ਨਾਮ ਯੂ ਨੇਮ ਲਿਖ ਦਿੱਤਾ, ਸੋ ਦੈਟ ਇਟ ਵਿਲ ਬੀ ਈਜ਼ੀ ਫॉर ਮੀ ਟੂ ਆਇਡੈਂਟੀਫਾਈ ਦਿਸ। ਸੋ ਇਹ ਮੇਰਾ ਇੱਕ ਟੈਕਸਟ ਬਾਕਸ ਹੋ ਗਿਆ। ਜਦੋਂ ਹੀ ਤੁਸੀਂ ਇਨਪੁਟ ਟਾਈਪ ਇਜ਼ ਇਕੁਅਲ ਟੂ ਟੈਕਸਟ ਲਿਖੋਗੇ ਤਾਂ ਇੱਕ ਤਾਂ ਬ੍ਰਾਊਜ਼ਰ ਦੇ ਵਿੱਚ ਸਾਡੇ ਕੋਲ ਇੱਕ ਟੈਕਸਟ ਬਾਕਸ ਆ ਜਾਏਗਾ। ਸੋ ਇਸ ਟੈਕਸਟ ਬਾਕਸ ਦੇ ਵਿੱਚ ਅਸੀਂ ਕੋਈ ਡਾਟਾ ਐਂਟਰ ਕਰ ਸਕਦੇ ਹਾਂ। ਫॉर एग्जांपल ਅਗਰ ਮੈਂ ਕੁਝ ਵੀ ਲਿਖਣਾ ਚਾਹਾਂ ਤੇ ਇੱਥੇ ਇਨਫੋਰਮੇਸ਼ਨ ਜਿਹੜੀ ਹੈ ਉਹ ਐਂਟਰ ਹੋ ਰਹੀ ਹੈ। ਸੋ ਇਨ ਦ ਸੇਮ ਵੇ अगर ਅਸੀਂ ਇਸ ਟੈਕਸਟ ਬਾਕਸ ਦੇ ਅੱਗੇ ਕੁਝ ਲਿਖਣਾ ਚਾਹੀਏ, ਫॉर एग्जांपल ਐਂਟਰ ਯੂਜ਼ਰ ਨੇਮ ਸਮਥਿੰਗ ਲਾਈਕ ਦਿਸ, ਤਾਂ ਤੁਸੀਂ ਇੱਥੇ ਅੱਗੇ ਲਿਖ ਸਕਦੇ ਹੋ ਯੂਜ਼ਰ ਨੇਮ। ਇਸ ਤਰੀਕੇ ਨਾਲ ਸਾਡਾ ਫਾਰਮ ਥੋੜਾ ਬੈਟਰ ਲੱਗ ਰਿਹਾ ਹੈ। ਇਨ ਦ ਸੇਮ ਵੇ ਅਗਰ ਅਸੀਂ ਨੈਕਸਟ ਲਾਈਨ ਦੇ ਉੱਪਰ ਜਾ ਕੇ ਆਪਣਾ ਨਵਾਂ ਕੰਟਰੋਲ ਐਡ ਕਰਨਾ ਚਾਹੁੰਦੇ ਹਾਂ, ਨਵਾਂ ਐਲੀਮੈਂਟ ਫਾਰਮ ਦੇ ਵਿੱਚ ਐਡ ਕਰਨਾ ਚਾਹੁੰਦੇ ਹਾਂ, ਲੈਟਸ ਅਸਿਊਮ ਦੈਟ ਇਜ਼ ਯੋਰ ਈਮੇਲ। तो ईमेल यूज ਕਰਨ ਦੇ ਲਈ ਅਸੀਂ ਇਨਪੁਟ ਦੇ ਨਾਲ ਈਮੇਲ ਯੂਜ਼ ਕਰਾਂਗੇ। ਸੋ ਇਨਪੁਟ ਈਮੇਲ ਔਰ ਸਾਡੇ ਕੋਲ ਈਮੇਲ ਦੇ ਲਈ ਬਾਕਸ ਆ ਜਾਏਗਾ। ਇਸ ਦਾ ਇੱਕ ਨਾਮ ਰੱਖ ਦਿੰਦੇ ਹਾਂ ਯੂਜ਼ਰ ਮੇਲ। ਸੋ ਯੂ ਮੇਲ ਇਹਦਾ ਨਾਮ ਰੱਖ ਲਿਆ। ਯੈਸ ਵੀ ਹੈਵ ਈਮੇਲ, ਪਰ ਇਸ ਨੈਕਸਟ ਲਾਈਨ 'ਚ ਨਹੀਂ ਗਿਆ। ਨੈਕਸਟ ਲਾਈਨ ਦੇ ਵਿੱਚ ਲੈ ਕੇ ਜਾਣ ਲਈ ਜਾਂ ਤੇ ਤੁਸੀਂ BR ਟੈਗ ਯੂਜ਼ ਕਰ ਸਕਦੇ ਹੋ ਜਾਂ ਪੈਰਾਗ੍ਰਾਫ ਟੈਗ ਯੂਜ਼ ਕਰ ਸਕਦੇ ਹੋ ਔਰ ਲੇਟਰ ਔਨ ਅਸੀਂ CSS ਦੀ ਹੈਲਪ ਦੇ ਨਾਲ ਵੀ ਇਹ ਕੰਮ ਕਰ ਸਕਦੇ ਹਾਂ ਔਰ ਅਸੀਂ ਇੱਥੇ div ਟੈਗ ਵੀ ਯੂਜ਼ ਕਰ ਸਕਦੇ ਹਾਂ। ਸੋ ਇਟ ਡਿਪੈਂਡਸ ਅਪਨ ਯੂ ਕਿ ਤੁਸੀਂ ਕਿਹੜਾ ਟੈਗ ਯੂਜ਼ ਕਰਨਾ ਚਾਹੁੰਦੇ ਹੋ। ਸੋ ਮੈਂ ਇੱਥੇ ਪੈਰਾਗ੍ਰਾਫ ਟੈਗ ਯੂਜ਼ ਕਰ ਰਹੀ ਹਾਂ ਸੋ ਦੈਟ ਕਿ ਮੇਰੀ ਜੋ ਇਹ ਲਾਈਨ ਹੈ ਇਹ ਨੈਕਸਟ ਦੇ ਵਿੱਚ ਚਲੇ ਜਾਏ ਔਰ ਸਿਮਿਲਰਲੀ ਇਹ ਪੈਰਾਗ੍ਰਾਫ ਇੱਥੇ ਕਲੋਜ਼ ਹੋ ਜਾਏਗਾ। ਸਪੋਜ਼ ਕਰੋ ਕਿ ਹੁਣ ਅਸੀਂ ਇੱਕ ਪਾਸਵਰਡ ਬਾਕਸ ਲਗਾਉਣਾ ਚਾਹੁੰਦੇ ਹਾਂ। ਚਾਹੇ ਫੀਡਬੈਕ ਫਾਰਮ ਹੈ, ਆਈ ਨੋ ਕਿ ਵੀ ਡੋਂਟ ਨੀਡ ਹੇਅਰ ਪਾਸਵਰਡ ਬਾਕਸ, ਪਰ ਅਸੀਂ ਪਾਸਵਰਡ ਬਾਕਸ ਲਗਾ ਕੇ ਦੇਖਣਾ ਹੈ ਕਿ ਉਹ ਕਿਸ ਤਰੀਕੇ ਨਾਲ ਲੱਗਦਾ ਹੈ। तो इस दे लई तुसी इनपुट दे विच
ਜੋ ਟਾਈਪ ਹੈ ਉਹ ਪਾਸਵਰਡ ਲਿਖੋਗੇ। तो ਸਾਡੇ ਕੋਲ ਇੱਕ ਪਾਸਵਰਡ ਬਾਕਸ ਆ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਕਿ ਇਨਫੋਰਮੇਸ਼ਨ ਜੋ ਐਂਟਰ ਕਰੋਗੇ ਉਹ ਆਟੋਮੈਟਿਕਲੀ ਸੋ ਇਨਪੁਟ ਟਾਈਪ ਇਜ਼ ਇਕੁਅਲ ਟੂ ਪਾਸਵਰਡ, ਇਹਦਾ ਨਾਮ ਰੱਖ ਲੈਂਦੇ ਆ ਯੂਜ਼ਰ ਪਾਸ। ਯੂ ਪਾਸ ਇਟ ਮੀਨਸ ਇੱਥੇ ਅਸੀਂ ਯੂਜ਼ਰ ਦਾ ਪਾਸਵਰਡ ਜੋ ਹੈ ਉਹ ਸੇਵ ਕਰਵਾਉਣਾ ਹੈ। ਚੈੱਕ ਕਿ ਇਹਦੀ ਆਊਟਪੁੱਟ ਕਿਸ ਤਰੀਕੇ ਨਾਲ ਆ ਰਹੀ ਹੈ। ਜਿਸ ਤਰ੍ਹਾਂ ਕਿ ਇੱਥੇ ਮੈਂ ਆਪਣਾ ਈਮੇਲ ਆਈਡੀ ਲਿਖ ਕੇ ਦੇਖ ਰਹੀ ਹਾਂ, ਈਮੇਲ ਦੇ ਵਿੱਚ mentordaljit@gmail.com ਐਂਡ ਦੈਨ ਪਾਸਵਰਡ ਬਾਕਸ ਦੇ ਵਿੱਚ ਅਸੀਂ ਕੁਝ ਵੀ ਲਿਖ ਰਹੇ ਹਾਂ ਨਾਮ, ਔਰ ਉਹ ਚੀਜ਼ ਵਿਜ਼ੀਬਲ ਨਹੀਂ ਹੋ ਰਹੀ। ਅਗਰ ਤੁਸੀਂ ਕਲਿੱਕ ਕਰੋਗੇ ਤਾਂ ਉਹ ਵਿਜ਼ੀਬਲ ਹੋ ਜਾਏਗੀ। ਦੈਟਸ ਸੋ ਤੁਸੀਂ ਉਹਨੂੰ ਪਾਸਵਰਡ ਨੂੰ ਹਾਈਡ ਵੀ ਕਰ ਸਕਦੇ ਹੋ। ਆਟੋਮੈਟਿਕਲੀ ਆ ਗਿਆ ਜਦੋਂ ਹੀ ਤੁਸੀਂ ਇਨਪੁਟ ਟਾਈਪ ਇਜ਼ ਇਕੁਅਲ ਟੂ ਪਾਸਵਰਡ ਲਗਾਇਆ। ਔਰ ਯੈਸ ਈਮੇਲ ਦੇ ਕੇਸ ਦੇ ਵਿੱਚ ਤੁਸੀਂ ਦੇਖੋਗੇ ਕਿ ਅਗਰ ਸਪੋਜ਼ ਕਰੋ ਕਿ ਮੈਂ ਇਹਦੇ ਵਿੱਚ @ ਸਿੰਬਲ ਨਹੀਂ ਪਾਇਆ ਫਿਰ ਕੀ ਹੋਏਗਾ। ਸੋ ਜਦੋਂ ਤੁਸੀਂ ਦੇਖਿਆ ਕਿ ਈਮੇਲ ਦੇ ਵਿੱਚ ਅਸੀਂ @ ਸਿੰਬਲ ਨਹੀਂ ਪਾਇਆ ਤਾਂ ਉਸ ਟਾਈਮ ਤੇ ਉੱਥੇ ਆਟੋਮੈਟਿਕਲੀ ਇੱਕ ਮੈਸੇਜ ਜਨਰੇਟ ਹੋ ਰਿਹਾ ਹੈ ਕਿ ਪਲੀਜ਼ ਇਨਕਲੂਡ @ ਸਿੰਬਲ ਇਨ ਦਾ ਈਮੇਲ ਐਡਰੈਸ। ਸੋ ਅਦਰਵਾਈਜ਼ ਦਿਸ ਵਿਲ ਨਾਟ ਬੀ ਅਸੈਪਟਡ। ਉਹ ਸਰਵਰ ਤੇ ਇਹ ਡੇਟਾ ਨਹੀਂ ਸਬਮਿਟ ਹੋਏਗਾ ਜਿੰਨੀ ਦੇਰ ਤੱਕ ਤੁਸੀਂ ਇਹਦੀ ਇਹ ਵੈਲੀਡੇਸ਼ਨ ਜੋ ਆਟੋਮੈਟਿਕਲੀ ਆ ਰਹੀ ਹੈ ਇਹਨੂੰ ਸੈਟੀਸਫਾਈ ਨਹੀਂ ਕਰਦੇ। ਅਗੇਨ ਅਸੀਂ ਇੱਕ ਪੈਰਾਗ੍ਰਾਫ ਸਟਾਰਟ ਕਰਾਂਗੇ ਔਰ ਇਸ ਪੈਰਾਗ੍ਰਾਫ ਦੇ ਅੰਦਰ ਅਸੀਂ ਇੱਕ ਨਵਾਂ ਕੰਟਰੋਲ ਯੂਜ਼ ਕਰਨਾ ਹੈ ਔਰ ਉਹ ਇਨਪੁਟ ਦੇ ਨਾਲ ਲੈ ਕੇ ਆਓਗੇ। ਇਸ ਵਾਰ ਅਸੀਂ ਇਨਪੁਟ ਡੇਟ ਯੂਜ਼ ਕਰ ਰਹੇ ਹਾਂ। ਸੋ ਡੇਟ ਦੇ ਨਾਲ ਫॉर ਐਗਜ਼ਾਮਪਲ ਅਗਰ ਤੁਸੀਂ ਡੇਟ ਆਫ ਬਰਥ ਐਂਟਰ ਕਰਵਾਉਣਾ ਚਾਹੁੰਦੇ ਹੋ ਦੈਨ ਯੂ ਕੈਨ choose input type is equal to date और ਇਸ ਦੇ ਅੱਗੇ ਅਸੀਂ ਟੈਕਸਟ ਲਿਖ ਰਹੇ ਹਾਂ for example enter your date of birth or in capital I will write DOB। ਇੱਥੇ date of birth enter ਕਰਾਵਾਂਗੇ, ਇਸ ਦਾ ਨਾਮ ਰੱਖ ਲੈਂਦੇ ਹਾਂ user date of birth or simply DOB। ਓਕੇ ਤੁਸੀਂ ਦੇਖਿਆ ਕਿ ਇੱਥੇ ਆਟੋਮੈਟਿਕਲੀ ਕੈਲੰਡਰ ਆ ਗਿਆ ਹੈ, ਡੇਟ ਪਿਕਰ ਆ ਚੁੱਕਾ ਹੈ। ਸੋ ਅਸੀਂ ਡੇਟ ਜੋ ਹੈ ਉਹ ਪਿਕ ਕਰ ਸਕਦੇ ਹਾਂ, ईयर वाइज भी बैक जा सकते हैं। सो इस तरीके नाल असी डेट एलीमेंट जो है अपने फॉर्म दे विच ऐड कर सकते हैं। सो नैक्सट एलीमेंट हुण असी अपने फॉर्म दे विच ऐड करते हैं न्यू लाइन के उपर जाके यूजिंग पैराग्राफ, वो है रेडियो बटन। फॉर एग्जाम्पल तुसी जेंडर एंटर करवाना चाहते हो। सो जेंडर एंटर करवाने के लिए ऑप्शन असी देवांगे मेल और फीमेल। सो उसके लिए असी अगेन इनपुट यूज करांगे, इनपुट टाइप इज इक्वल टू रेडियो। सो इनपुट रेडियो यूज करना है। इनपुट रेडियो दे विच साडे कोल रेडियो बटन जो है वो आ जाएगा। सो उसका भी नेम रख देंगे। सो नेम दे विच लेट्स अज्यूम आई एम गिविंग इट नेम जेंडर। द हेयर आई हैव टू राइट समथिंग फॉर एग्जाम्पल मेल और फीमेल, और उसके नाल ही असी नैक्सट जो है वो लगाना है फीमेल दे लिए। अगेन आई विल यूज हेयर इनपुट रेडियो और इनपुट कॉलन रेडियो तुसी लिखोगे और साडे कोल एक दूसरा रेडियो बटन लग जाएगा। उसका नाम भी सेम रखना है। सो नाम सेम क्यों रखना है ये मैं तुहानू क्लीयर कर दिंदी हां, क्योंकि जे असी इहदा नाम सेम नहीं रखिया तां की होएगा कि तुसी मेल नू भी टिक कर सकते हो और फीमेल नू भी टिक कर सकते हो। बट रेडियो बटन असी नॉर्मली उत्थे यूज करते हैं जदों असी चाहते हैं कि मल्टीपल ऑप्शंस दे विचों एक ऑप्शन नू टिक किया जाए। सो जदों असी इन्हां दोनों दे नाम सेम रखांगे तो इहदा मतलब की है कि इस नाम दे विचों ओनली वन कैन गेट सिलेक्टेड। सो जां मेल सिलेक्ट हो सकता है जां फीमेल। सो लेट्स ट्राई दिस थिंग कि तुसी अगर चेक करके देखोगे मेल और फीमेल, सो ऑटोमैटिकली दोनों दे विचों एक सिलेक्ट हो रहा है। बट लेट्स अज्यूम कि तुसी इहदा नाम डिफरेंट कर दिता। फॉर एग्जाम्पल पहले दा नाम है जेंडर 1 रख दिता, दूसरे दा नेम जेंडर है। नाउ सेव करन तो बाद चेक करते हाँ कि दी आउटपुट दे विच की रिफ्लैक्ट हो रहा है। यस नाउ आई कैन सिलेक्ट बोथ। अगर असी 4 रेडियो बटन लगा रहे हैं, चारां दे विचों एक सिलेक्ट करवाना है, उस सारे रेडियो बटन्स दे जो नेम है तुसी सेम दो। आई होप दिस थिंग इज क्लियर टू यू। नाउ अगेन आई एम चेंजिंग दिस जेंडर 1, चेंजिंग द फर्स्ट नेम फ्रॉम जेंडर 1 टू जेंडर। हुण नैक्सट असी देखते हाँ कि चैक बॉक्स किस तरीके नाल लगा सकते हैं। सो नैक्सट लाइन दे विच असी चैक बॉक्स लगाना है। चैक बॉक्स ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਮਲਟੀਪਲ ਆਪਸ਼ਨਸ ਨੂੰ ਸਿਲੈਕਟ ਕਰ ਸਕਦੇ ਹਾਂ। ਸੋ ਮਲਟੀਪਲ ਆਪਸ਼ਨ ਸਿਲੈਕਟ ਕਰਨ ਦੇ ਲਈ ਅਸੀਂ ਅਗੇਨ ਇਨਪੁਟ ਟਾਈਪ ਇਜ਼ ਇਕੁਅਲ ਟੂ ਚੈਕ ਬਾਕਸ ਯੂਜ਼ ਕਰਾਂਗੇ। ਸੋ ਸਾਡਾ ਚੈਕ ਬਾਕਸ ਆ ਗਿਆ ਹੈ। ਚੈਕ ਬਾਕਸ ਦਾ ਨਾਮ ਕੀ ਰੱਖਦੇ ਹਾਂ ਇਹਦੇ ਵਿੱਚ, ਫॉर ਐਗਜ਼ਾਮਪਲ ਕਿ ਮੈਂ ਯੂਜ਼ਰ ਦੇ ਇੰਟਰਸਟ ਐਂਟਰ ਕਰਵਾਣੇ ਨੇ। ਸੋ ਆਈ ਵਿਲ ਰਾਈਟ ਹੇਅਰ ਇੰਟਰਸਟ, ਇਹਦੇ ਅੱਗੇ ਲਿਖ ਦਿੰਦੇ ਹਾਂ ਔਰ ਇਹਦਾ ਨੇਮ ਅਸੀਂ ਜੋ ਇੰਟਰਸਟ ਐਂਟਰ ਕਰਨਾ ਹੈ ਉਸ ਦੇ ਨਾਮ ਦੇ ਅਕੋਰਡਿੰਗਲੀ ਕਰ ਰਹੇ ਹਾਂ। सो इसका नेम मैं VG कर दिता। VG मतलब कि वीडियो गेम्स, और इसके बाहर जो टेक्स्ट लिखा हुआ आएगा उसके अगे मैं लिख रही हाँ वीडियो गेम्स। सो चैक बॉक्स लगेगा, उस तो नैक्सट लिखा जाएगा वीडियो गेम्स। यस लाइक दिस। सो उस तो बाद फिर एक चैक बॉक्स लगेगा और फिर उस तो बाद कुछ टेक्स्ट लिखा जाएगा। सो आई कैन कॉपी एंड पेस्ट इट और सिंपली तुसी दोबारा तो इत्थे इनपुट चैक बॉक्स लगा सकते हो। सो नैक्सट चैक बॉक्स लगाना है असी। सो नैक्सट चैक बॉक्स दे विच तुसी नेम जो है फॉर एग्जाम्पल बुक्स एंड उस तो बाद विच बुक्स लिख रहे हो। सो ये मेरा सैकेंड चैक बॉक्स लग गया। तो सिमिलरली यू कैन ऐड 3-4 चैक बॉक्सेस, जिस तरह भी इंटरस्ट है वो अकॉर्डिंगली तुसी एंटर करवा सकते हो। सो इस तरीके नाल असी चैक बॉक्सेस लगा सकते हैं। सो चैक बॉक्स लगाने तो बाद
ਨੈਕਸਟ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਫਾਰਮ ਦੇ ਵਿੱਚ ਸੋ ਨੈਕਸਟ ਅਸੀਂ ਯੂਜ਼ਰ ਤੋਂ ਕੋਈ ਇਨਫੋਰਮੇਸ਼ਨ ਕਿਸੇ ਇੱਕ ਟੈਕਸਟ ਬਾਕਸ ਦੀ ਫਾਰਮ ਦੇ ਵਿੱਚ ਕੋਈ ਫੀਡਬੈਕ ਲੈਣਾ ਚਾਹੁੰਦੇ ਹਾਂ। ਫॉर एग्जांपल आई विल राइट हेयर p टैग ਨੈਕਸਟ ਲਾਈਨ ਦੇ ਉੱਪਰ ਜਾਣ ਦੇ ਲਈ ਔਰ ਅਸੀਂ ਇੱਥੇ ਲਿਖ ਰਹੇ ਹਾਂ ਸ਼ੇਅਰ ਯੋਰ ਐਕਸਪੀਰੀਅੰਸ। ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਇੱਕ ਲਾਰਜ ਬਾਕਸ ਆ ਜਾਏ। ਸੋ ਉਹ ਬਾਕਸ ਲਗਾਉਣ ਦੇ ਲਈ ਅਸੀਂ ਟੈਕਸਟ ਏਰੀਆ ਐਲੀਮੈਂਟ ਨੂੰ ਯੂਜ਼ ਕਰਾਂਗੇ। ਟੈਕਸਟ ਏਰੀਆ ਦੇ ਵਿੱਚ ਸਾਡੇ ਕੋਲ ਕੁਝ ਨਾਮ ਸਪੈਸੀਫਾਈ ਕਰਦੇ ਹਾਂ। ਇਹਦੇ ਵਿੱਚ ਫॉर एग्जांपल ਐਕਸਪੀਰੀਅੰਸ ਹੈ तो इसलिए ਇਸ ਦਾ ਨਾਮ ਮੈਂ ਐਕਸਪੀਰੀਅੰਸ ਰੱਖ ਲਿਆ EXP। ਦੈਨ ਕਾਲਮਸ ਐਂਡ ਰੋਜ਼ ਯੂ ਕੈਨ ਚੇਂਜ ਕਿ ਕਿੰਨੇ ਕਾਲਮ ਔਰ ਕਿੰਨੀਆਂ ਰੋਜ਼ ਹੋਣੀਆਂ ਚਾਹੀਦੀਆਂ ਹਨ। ਮੈਂ ਇਸ ਬਾਕਸ ਨੂੰ ਇਸੇ ਤਰੀਕੇ ਨਾਲ ਰੱਖ ਲਿਆ। ਨਾਓ ਯੂ ਕੈਨ ਹੈਵ ਅ ਲੁੱਕ ਐਟ ਦੀ ਆਊਟਪੁੱਟ ਔਰ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਤੁਸੀਂ ਇਹਦੀਆਂ ਰੋਜ਼ ਔਰ ਕਾਲਮਸ ਨੂੰ ਚੇਂਜ ਵੀ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਮੈਂ ਇਸ ਦੀਆਂ ਰੋਜ਼ ਨੂੰ 5 ਕਰ ਰਹੀ ਹਾਂ। ਨਾਰਮਲੀ ਟੈਕਸਟ ਏਰੀਆ ਅਸੀਂ ਯੂਜ਼ ਕਰਦੇ ਹਾਂ ਜਦੋਂ ਅਸੀਂ ਯੂਜ਼ਰ ਤੋਂ ਪੈਰਾਗ੍ਰਾਫ ਦੀ ਫਾਰਮ ਦੇ ਵਿੱਚ ਕੋਈ ਇਨਪੁਟ ਲੈਣਾ ਚਾਹੁੰਦੇ ਹਾਂ। ਸੋ ਉਸ ਤੋਂ ਬਾਅਦ ਨੈਕਸਟ ਜੋ ਹੈ ਜਿਹੜਾ ਨੈਕਸਟ ਐਲੀਮੈਂਟ ਅਸੀਂ ਕਰਦੇ ਹਾਂ ਅਗੇਨ ਇਨਪੁਟ ਨਾਲ ਰਿਲੇਟਡ ਹੈ। ਹੁਣ ਉਸ ਕੇਸ ਦੇ ਵਿੱਚ ਮੈਂ ਯੂਜ਼ ਕਰ ਰਹੀ ਹਾਂ ਇਨਪੁਟ ਨੰਬਰ। ਸੋ ਨੰਬਰ ਦੇ ਨਾਲ ਕੀ ਹੋਏਗਾ ਯੂ ਵਿਲ ਸੀ ਕਿ ਸਾਡੇ ਕੋਲ ਇੱਕ ਰੇਂਜ ਦੇ ਵਿੱਚ ਅਸੀਂ ਨੰਬਰ ਨੂੰ ਐਂਟਰ ਕਰ ਸਕਦੇ ਹਾਂ। ਸੋ ਸੀ ਨੰਬਰਸ ਜੋ ਅਗਰ ਤੁਸੀਂ ਪ੍ਰੈਸ ਕਰੋਗੇ ਡਾਊਨ ਕੀ ਇਹ ਨੈਗੇਟਿਵ ਦੇ ਵਿੱਚ ਜਾ ਰਹੀ ਹੈ ਔਰ ਅਪਰ ਕੀ ਜੋ ਹੈ ਉਹ ਤੁਹਾਨੂੰ ਪੋਜ਼ਿਟਿਵ ਨੰਬਰਸ ਵੱਲ ਲੈ ਕੇ ਜਾ ਰਹੀ ਹੈ। ਔਰ ਅਗਰ ਤੁਸੀਂ ਮੈਨੂਅਲੀ ਕੋਈ ਨੰਬਰ ਐਂਟਰ ਕਰਨਾ ਚਾਹੋ ਤੁਸੀਂ ਉਹ ਵੀ ਕਰ ਸਕਦੇ ਹੋ। ਇਫ ਯੂ ਵਾਂਟ ਟੂ ਸਪੈਸੀਫਾਈ ਸਮ ਰੇਂਜ you can also give here value minimum and maximum। ਜਿਸ ਤਰੀਕੇ ਨਾਲ minimum value specify ਕਰਨ ਲਈ ਤੁਸੀਂ min use ਕਰ ਸਕਦੇ ਹੋ। let's assume its minimum value is minimum age ਲਗਾ ਦਿੰਦੇ ਹਾਂ ਕਿ for example 18 ਔਰ maximum age ਕਿਸੇ ਜੌਬ ਦੇ ਲਈ ਅਗਰ ਅਸੀਂ ਅਪਲਾਈ ਕਰਨ ਦੇ ਲਈ ਕਰ ਰਹੇ ਹਾਂ let's assume this is 50 or 55 anything ਤੁਸੀਂ ਇਹ ਐਂਟਰ ਕਰਵਾ ਸਕਦੇ ਹੋ। ਨਾਓ ਯੂ ਵਿਲ ਸੀ ਕਿ ਇਹ ਜੋ ਸਾਡੇ ਕੋਲ ਬਾਕਸ ਆਇਆ ਹੈ ਇਹਦੇ ਵਿੱਚ ਅਸੀਂ ਇਹਦੇ ਵਿੱਚ ਅਗਰ ਵੈਲਿਊ ਦੇਖੀਏ ਤੇ ਆਟੋਮੈਟਿਕਲੀ जो है 18 ਤੋਂ ਸਟਾਰਟ ਹੋਏਗੀ। ਹੁਣ 0 1 2 ਤੋਂ ਨਹੀਂ ਸਟਾਰਟ ਹੋ ਰਹੀ 18 ਤੋਂ ਸਟਾਰਟ ਹੋ ਰਹੀ ਹੈ। ਰੇਟਿੰਗ ਦੇ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਫॉर एग्जांपल 0 to 10 ਸੋ ਐਂਟਰ ਯੋਰ ਏਜ। ਸੋ ਇੱਥੇ ਮੈਂ ਏਜ ਦੇ ਲਈ ਯੂਜ਼ ਕੀਤਾ ਹੈ ਇਸ ਲਈ ਐਂਟਰ ਯੋਰ ਏਜ ਲਿਖ ਦੇ ਰਹੀ ਹਾਂ। ਫਰੋਮ 1 to 10 ਅਗਰ ਅਸੀਂ ਰੇਟਿੰਗ ਦੇ ਲਈ ਯੂਜ਼ ਕਰਨਾ ਹੈ ਤੇ ਮੈਂ ਇਸ ਤਰੀਕੇ ਨਾਲ ਵੀ ਕਰ ਸਕਦੀ ਹਾਂ ਰੇਟਿੰਗ 1 to 10। ਇਹਦੀ ਜੋ ਮਿਨੀਮਮ ਵੈਲਿਊ ਹੈ ਉਹਨੂੰ ਮੈਂ 1 ਔਰ ਮੈਕਸਿਮਮ ਵੈਲਿਊ ਨੂੰ 10 ਕਰ ਰਹੀ ਹਾਂ। ਸੋ ਹੁਣ ਇਹਦੇ ਵਿੱਚ ਮਿਨੀਮਮ ਵੈਲਿਊ ਜੋ ਹੈ 1 ਤੋਂ 10 ਤੱਕ ਆਏਗੀ। So this is how you can use input type is equal to number। ਇਸ ਤੋਂ ਇਲਾਵਾ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਇਸ ਫਾਰਮ ਨੂੰ ਅਸੀਂ ਸਬਮਿਟ ਕਰਨਾ ਹੁੰਦਾ ਤਾਂ ਬਟਨ ਯੂਜ਼ ਕੀਤੇ ਜਾਂਦੇ ਹਨ। ਸੋ ਬਟਨ ਲਗਾਉਣ ਦੇ ਲਈ ਤੁਸੀਂ input type is equal to submit ਯੂਜ਼ ਕਰ ਸਕਦੇ ਹੋ ਜਿਸ ਦੇ ਨਾਲ ਸਾਡਾ ਜੋ ਡੇਟਾ ਹੈ ਉਹ ਸਰਵਰ ਦੇ ਉੱਪਰ ਜਾਂ ਜਿਹੜਾ ਪੇਜ ਤੁਸੀਂ action is equal to ਦੇ ਵਿੱਚ ਲਿਆ ਸੀ ਉਸ ਪੇਜ ਤੱਕ ਪਹੁੰਚ ਜਾਏਗਾ। ਸੋ ਇਨਪੁਟ ਦੇ ਅੰਦਰ ਤੁਸੀਂ ਇਹ ਸਾਰੀਆਂ ਚੀਜ਼ਾਂ ਜੋ ਡਿਸਪਲੇ ਹੋ ਰਹੀਆਂ ਨੇ ਇਹਨਾਂ ਨੂੰ ਯੂਜ਼ ਕਰਕੇ ਦੇਖ ਸਕਦੇ ਹੋ। ਵੈਰੀ ਈਜ਼ੀ ਟੂ ਯੂਜ਼ ਇਨਪੁਟ ਸਬਮਿਟ ਯੂਜ਼ ਕਰਾਂਗੇ। ਸੋ ਸਬਮਿਟ ਦੇ ਵਿੱਚ ਵੈਲਿਊ ਲਿਖ ਰਹੇ ਹਾਂ ਫॉर एग्जांपल ਓਕੇ ਵੀ ਲਿਖ ਸਕਦੇ ਹਾਂ ਆਟੋਮੈਟਿਕਲੀ ਇਹਦੇ ਤੇ ਬਟਨ ਆ ਜਾਏਗਾ। ਸੋ ਇਹ ਮੇਰਾ ਸਬਮਿਟ ਬਟਨ ਆ ਗਿਆ ਤੁਸੀਂ ਇਹਦੇ ਵਿੱਚ ਸਬਮਿਟ ਵੀ ਲਿਖ ਸਕਦੇ ਹੋ। ਸੋ ਸਬਮਿਟ ਦੇ ਨਾਲ ਇਹ ਡੇਟਾ ਜੋ ਹੈ ਉਹ ਜੋ ਪੇਜ ਅਸੀਂ ਐਕਸ਼ਨ ਦੇ ਵਿੱਚ ਸਪੈਸੀਫਾਈ ਕੀਤਾ ਸੀ ਉੱਥੇ ਚਲੇ ਜਾਏਗਾ। ਜਿਹੜਾ ਨੈਕਸਟ ਬਟਨ ਮੈਂ ਲਗਾਉਣ ਜਾ ਰਹੀ ਹਾਂ ਅਸੀਂ ਯੂਜ਼ ਕਰਦੇ ਹਾਂ ਰੀਸੈਟ। ਸੋ ਰੀਸੈਟ ਬਟਨ ਅਸੀਂ ਉਦੋਂ ਯੂਜ਼ ਕਰਦੇ ਹਾਂ ਫॉर एग्जांपल ਤੁਸੀਂ ਇਹ ਫਾਰਮ ਨੂੰ ਫਿਲ ਕਰ ਲਿਆ ਔਰ ਉਹਦੇ ਵਿੱਚ ਕੋਈ ਵੈਲਿਊ ਸਾਡੇ ਕੋਲ ਮਿਸਟੇਕਨਲੀ ਗਲਤ ਭਰੀ ਗਈ ਹੈ ਤਾਂ ਅਸੀਂ ਉਸ ਵੈਲਿਊ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਔਰ ਇਸ ਲਈ ਅਸੀਂ ਉਸ ਫਾਰਮ ਨੂੰ ਰੀਸੈਟ करना है। सारियां वैल्यूज जो है वो खाली हो जाएगा साडा फॉर्म। सो इनपुट ਨੂੰ ਰੀਸੈਟ ਕਰ ਸਕਦੇ ਹਾਂ ਔਰ ਇਹਦੇ ਵਿੱਚ ਵੈਲਿਊ ਜੋ ਹੈ ਤੁਸੀਂ ਰੀਸੈਟ ਲਿਖ ਦੋ। ਫॉर एग्जांपल ਕਿ ਮੈਂ ਯੂਜ਼ਰ ਨੇਮ ਦੇ ਵਿੱਚ ਕੁਝ ਵੈਲਿਊ ਭਰੀ then email ਦੇ ਵਿੱਚ and then if I will click on the reset तो ਸਾਰਾ ਫਾਰਮ ਜੋ ਹੈ ਉਹ ਖਾਲੀ ਹੋ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਰੀਸੈਟ ਨੂੰ ਯੂਜ਼ ਕਰ ਸਕਦੇ ਹਾਂ। ਸੋ ਸਬਮਿਟ ਬਟਨ ਹੋ ਗਿਆ then ਰੀਸੈਟ ਹੋ ਗਿਆ। ਇਸ ਤੋਂ ਬਿਨਾ ਇੱਕ ਅਸੀਂ ਹੋਰ ਕੰਟਰੋਲ ਲਗਾ ਕੇ ਦੇਖਦੇ ਹਾਂ ਜਿਹੜਾ ਕਿ ਨਾਰਮਲੀ ਅਸੀਂ ਵੈਬਸਾਈਟਸ ਦੇ ਉੱਪਰ ਨੋਟਿਸ ਕਰਦੇ ਹਾਂ। ਜਿਸ ਤਰੀਕੇ ਨਾਲ ਕੰਟਰੀ ਸਿਲੈਕਟ ਕਰਨੀ ਹੈ ਜਾਂ ਤੁਸੀਂ ਜੌਬ ਸਿਲੈਕਟ ਕਰਨੀ ਹੈ ਸਾਡੇ ਕੋਲ ਮਲਟੀਪਲ ਆਪਸ਼ਨਸ ਆ ਜਾਂਦੀਆਂ ਇੱਕ ਡ੍ਰੌਪ ਡਾਊਨ ਮੈਨੂ ਆਉਂਦਾ ਹੈ। ਸੋ ਉਸ ਤਰ੍ਹਾਂ ਦੀ ਸਿਲੈਕਸ਼ਨ ਲਿਸਟ ਬਣਾਉਣ ਦੇ ਲਈ ਅਸੀਂ ਸਿਲੈਕਟ ਟੈਗ ਦੇ ਨਾਲ ਬਣਾ ਸਕਦੇ ਸਿਲੈਕਟ ਯੂਜ਼ ਕਰਾਂਗੇ ਔਰ ਸਿਲੈਕਟ ਦੇ ਨਾਲ ਤੁਸੀਂ ਨੇਮ ਦੇਣਾ ਹੈ ਜਿਹੜੀ ਸਾਡੀ ਉਹ ਲਿਸਟ ਹੈ ਜੋ ਤੁਸੀਂ ਡ੍ਰੌਪ ਡਾਊਨ ਲਿਸਟ ਬਣਾਉਣਾ ਚਾਹੁੰਦੇ ਹੋ। ਫॉर एग्जांपल ਸਿਲੈਕਟ ਯੂਰ ਕੰਟਰੀ ਔਰ ਲੈਂਗੁਏਜ। ਸੋ ਮੈਂ ਇੱਥੇ ਲੈਂਗੁਏਜ ਲਿਖ ਰਹੀ ਹਾਂ ਤੁਸੀਂ ਨਾਮ ਦੇ ਸਕਦੇ ਹੋ ਇਸ ਲਿਸਟ ਦਾ ਫॉर एग्जांपल ਦਿਸ ਇਜ਼ ਮਾਈ ਲੈਂਗ ਲਿਸਟ। ਸਿਲੈਕਟ ਦੇ ਅੰਦਰ ਤੁਸੀਂ ਹੁਣ ਉਹ ਵੇਰੀਅਸ ਆਪਸ਼ਨਸ ਜੋ ਇਸ ਡ੍ਰੌਪ ਡਾਊਨ ਮੈਨੂ ਦੇ ਵਿੱਚ ਪਾਣਾ ਚਾਹੁੰਦੇ ਹੋ ਉਹ ਆਪਸ਼ਨ ਟੈਗ ਦੇ ਨਾਲ ਪਾ ਸਕਦੇ ਹੋ। ਸੋ ਸਿਲੈਕਟ ਦੇ ਅੰਦਰ ਤੁਸੀਂ ਯੂਜ਼ ਕਰਨਾ ਹੈ ਆਪਸ਼ਨ। ਸੋ ਆਪਸ਼ਨ then ਆਪਸ਼ਨ ਦੀ ਵੈਲਿਊ ਕੀ ਦੇਣਾ ਚਾਹੁੰਦੇ ਹੋ। ਫॉर एग्जांपल ਜਿਹੜੀ ਮੇਰੀ ਫਰਸਟ ਲੈਂਗੁਏਜ ਹੈ ਉਹ ਮੈਂ ਇੰਗਲਿਸ਼ ਲਿਖ ਰਹੀ ਹਾਂ ਜਾਂ ਪੰਜਾਬੀ ਲਿਖ ਰਹੀ ਹਾਂ then you have to write the value for this is English then ਤੁਸੀਂ second option enter ਕਰੋਗੇ। so second option ਜੋ ਹੈ for example I'm giving here Punjabi PUN for Punjabi and I'm writing the text and third option ਵੀ ਇਸੇ ਤਰੀਕੇ ਨਾਲ ਅਸੀਂ ਐਡ ਕਰ ਰਹੇ ਹਾਂ for Hindi I'm writing HIN।
ਸੋ ਲੈਟਸ ਚੈੱਕ ਇਹਦੀ ਆਊਟਪੁੱਟ ਜੋ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੱਕ ਡ੍ਰੌਪ ਡਾਊਨ ਲਿਸਟ ਦੀ ਤਰ੍ਹਾਂ ਆ ਗਈ ਇੰਗਲਿਸ਼ ਪੰਜਾਬੀ ਹਿੰਦੀ ਐਂਡ ਯੂ ਕੈਨ ਸਿਲੈਕਟ ਵਨ। ਸੋ ਇਹਨੂੰ ਨੈਕਸਟ ਲਾਈਨ ਦੇ ਵਿੱਚ ਲੈ ਕੇ ਜਾਣ ਦੇ ਲਈ ਆਫਟਰ ਦ ਸਿਲੈਕਟ ਆਈ ਨੀਡ ਟੂ ਯੂਜ਼ ਹੇਅਰ ਅਗੇਨ ਪੈਰਾਗ੍ਰਾਫ ਟੈਗ ਔਰ ਬੀਆਰ ਟੈਗ। ਆਈ ਡੋਂਟ ਰਿਕਮੈਂਡ ਟੂ ਯੂਜ਼ ਬੀਆਰ ਟੈਗ ਬਟ ਯੈਸ ਯੂ ਕੈਨ ਯੂਜ਼। ਜਦੋਂ ਅਸੀਂ CSS ਕਰਾਂਗੇ ਤੇ ਉਸ ਟਾਈਮ ਤੇ ਅਸੀਂ ਇਸ ਚੀਜ਼ ਨੂੰ ਅਵੋਇਡ ਕਰਾਂਗੇ। ਸੋ ਇਹ ਲੈਂਗੁਏਜ ਦੇ ਲਈ ਸਾਡੇ ਕੋਲ ਆ ਗਿਆ। ਔਰ ਅਗਰ ਤੁਸੀਂ ਬਾਈ ਡਿਫਾਲਟ ਕੋਈ ਚੀਜ਼ ਨੂੰ ਚਾਹੁੰਦੇ ਹੋ ਕਿ ਉਹ ਸਿਲੈਕਟਡ ਆਏ ਸੋ ਤੁਸੀਂ ਆਪਸ਼ਨ ਵੈਲਿਊ ਦੇ ਨਾਲ ਇਹ ਚੀਜ਼ ਦੇ ਅੱਗੇ ਸਿਲੈਕਟਡ ਵੀ ਲਿਖ ਸਕਦੇ ਹੋ। ਸੋ ਯੂ ਕੈਨ ਰਾਈਟ ਹੇਅਰ ਸਿਲੈਕਟਡ ਸੋ ਇਟ ਮੀਨਸ ਕਿ ਬਾਈ ਡਿਫਾਲਟ ਸਿਲੈਕਟਡ ਆਏਗਾ। ਲੈਟਸ ਅਸਿਊਮ ਕਿ ਮੈਂ ਫਰਸਟ ਆਪਸ਼ਨ ਨਹੀਂ ਸੈਕਿੰਡ ਨੂੰ ਬਾਈ ਡਿਫਾਲਟ ਸਿਲੈਕਟਡ ਕਰਨਾ ਹੈ ਦੈਨ ਆਈ ਕੈਨ ਰਾਈਟ ਹੇਅਰ ਸਿਲੈਕਟਡ। ਨਾਓ ਯੂ ਵਿਲ ਸੀ ਕਿ ਆਊਟਪੁੱਟ ਦੇ ਵਿੱਚ ਜੋ ਪੰਜਾਬੀ ਹੈ ਇਹ ਬਾਈ ਡਿਫਾਲਟ ਲੈਂਗੁਏਜ ਆ ਰਹੀ ਹੈ। ਇਸ ਤਰ੍ਹਾਂ ਇਸ ਫਾਰਮ ਦੇ ਅੰਦਰ ਬਹੁਤ ਸਾਰੇ ਐਲੀਮੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ ਔਰ ਲਗਾ ਸਕਦੇ ਹੋ। ਲਾਸਟ ਕੰਟਰੋਲ ਫॉर ਦਿਸ ਲੈਸਨ ਆਈ ਵੁੱਡ ਲਾਈਕ ਟੂ ਐਕਸਪਲੇਨ ਉਹ ਹੈ ਲੇਬਲ। ਸੋ ਲੇਬਲ ਅਸੀਂ ਕਿੱਦਾਂ ਯੂਜ਼ ਕਰਦੇ ਹਾਂ ਜਿਸ ਤਰੀਕੇ ਨਾਲ ਹਲੇ ਤੱਕ ਅਸੀਂ ਇੱਥੇ ਯੂਜ਼ਰ ਨੇਮ ਵਗੈਰਾ ਡਾਇਰੈਕਟਲੀ ਲਿਖੇ ਹੋਏ ਨੇ ਪਰ ਅਗਰ ਅਸੀਂ ਇਸ ਟੈਕਸਟ ਬਾਕਸ ਦੇ ਲਈ ਲੇਬਲ ਲਗਾਈਏ ਤਾਂ ਲੇਬਲ ਲਗਾਉਣ ਦੇ ਲਈ ਅਸੀਂ ਲੇਬਲ ਟੈਗ ਯੂਜ਼ ਕਰਾਂਗੇ। ਸੋ ਲੇਬਲ ਇੱਕ ਐਲੀਮੈਂਟ ਆ ਜਾਂਦਾ ਹੈ ਮਤਲਬ ਕਿ ਕਿਸੇ ਵੀ ਕੰਟਰੋਲ ਦੇ ਅੰਦਰ ਤੁਸੀਂ ਜੋ ਟੈਕਸਟ ਲਿਖ ਰਹੇ ਹੋ ਉਹਨੂੰ ਲੇਬਲ ਦੇ ਨਾਲ ਸਪੈਸੀਫਾਈ ਕਰਨਾ ਹੈ। ਸੋ ਲੇਬਲ ਲਗਾਉਣ ਦੇ ਲਈ ਤੁਸੀਂ ਲੇਬਲ ਯੂਜ਼ ਕਰੋਗੇ ਔਰ ਲੇਬਲ ਫॉर ਇਜ਼ ਇਕੁਅਲ ਟੂ ਫॉर ਐਟਰੀਬਿਊਟ 'ਚ ਅਸੀਂ ਉਸ ਪਾਰਟਿਕੂਲਰ ਕੰਟਰੋਲ ਦਾ ਨੇਮ ਸਪੈਸੀਫਾਈ ਕਰਦੇ ਹਾਂ ਜਿਹਦੇ ਲਈ ਅਸੀਂ ਇਹ ਲੇਬਲ ਲਗਾ ਰਹੇ ਹਾਂ। ਅਗਰ ਅਸੀਂ ਇਹ ਲੇਬਲ ਯੂਜ਼ਰ ਨੇਮ ਦੇ ਲਈ ਲਗਾ ਰਹੇ ਹਾਂ ਤੇ ਉਸ ਕੰਟਰੋਲ ਦਾ ਨਾਮ ਜੋ ਹੈ ਤੁਸੀਂ ਚੈੱਕ ਕਰੋਗੇ ਕਿ ਦਿਸ ਇਜ਼ ਯੂ ਨੇਮ। ਸੋ ਇਸ ਲਈ ਮੈਂ ਇੱਥੇ ਯੂ ਨੇਮ ਲਿਖ ਦਾਂਗੀ। ਲੇਬਲ ਦੇ ਓਪਨਿੰਗ ਐਂਡ ਕਲੋਜ਼ਿੰਗ ਦੇ ਅੰਦਰ ਅਸੀਂ ਲਿਖ ਰਹੇ ਹਾਂ ਯੂਜ਼ਰ ਨੇਮ। ਸੋ ਇਹ ਹੋ ਗਿਆ ਯੂਜ਼ਰ ਨੇਮ ਅਸੀਂ ਹੁਣ ਇਸ ਜਗ੍ਹਾ ਤੇ ਸਪੈਸੀਫਾਈ ਕਰਾਂਗੇ। ਸੋ ਇਨਸਟੈਡ ਆਫ ਰਾਈਟਿੰਗ ਯੂਜ਼ਰ ਨੇਮ ਹੇਅਰ ਸੈਪਰੇਟਲੀ ਇਹਦੇ ਅੱਗੇ ਟੈਕਸਟ ਲਿਖਣ ਦੀ ਬਜਾਏ ਅਸੀਂ ਉਸ ਨੂੰ ਲੇਬਲ ਦੇ ਵਿੱਚ ਸਪੈਸੀਫਾਈ ਕੀਤਾ ਹੈ। ਸੋ ਇਸ ਦਾ ਮਤਲਬ ਕੀ ਹੈ ਕਿ ਇਹ ਜਿਹੜਾ ਲੇਬਲ ਹੈ ਇਹ ਯੂ ਨੇਮ ਦੇ ਅੱਗੇ ਆਏਗਾ। ਸੋ ਆਊਟਪੁੱਟ ਦੇ ਵਿੱਚ ਤੁਹਾਨੂੰ ਕੁਝ ਜ਼ਿਆਦਾ ਚੇਂਜ ਨਹੀਂ ਨਜ਼ਰ ਆਏਗਾ ਬਟ ਯੈਸ ਦਿਸ ਇਜ਼ ਪ੍ਰੋਫੈਸ਼ਨਲ ਵੇ ਟੂ ਰਾਈਟ ਦ ਲੇਬਲਸ ਫॉर ਕੰਟਰੋਲਸ। ਚੀਜ਼ ਅਸੀਂ ਹੋਰ ਯੂਜ਼ ਕਰ ਸਕਦੇ ਹਾਂ ਜਦੋਂ ਵੀ ਅਸੀਂ ਇਨਪੁਟ ਟਾਈਪ ਇਜ਼ ਇਕੁਅਲ ਟੂ ਟੈਕਸਟ ਯੂਜ਼ ਕਰ ਰਹੇ ਹਾਂ ਤਾਂ ਉਹਦੇ ਅੰਦਰ ਇੱਕ ਐਟਰੀਬਿਊਟ ਯੂਜ਼ ਕੀਤਾ ਜਾ ਸਕਦਾ ਹੈ ਵਿਚ ਇਜ਼ ਕਾਲਡ ਪਲੇਸ ਹੋਲਡਰ। ਟੈਕਸਟ ਬਾਕਸ ਦੇ ਵਿੱਚ ਬਾਈ ਡਿਫਾਲਟ ਇੱਕ ਚੀਜ਼ ਲਿਖੀ ਹੋਈ ਹੈ ਫॉर ਐਗਜ਼ਾਮਪਲ ਜਿਹੜਾ ਕਿ ਐਕਸਪਲੇਨ ਕਰੇ ਕਿ ਤੁਸੀਂ ਇਸ ਬਾਕਸ ਦੇ ਵਿੱਚ ਕੀ ਲਿਖਣਾ ਹੈ। ਸੋ ਐਂਟਰ ਯੂਜ਼ਰ ਨੇਮ। ਸੋ ਜਦੋਂ ਵੀ ਤੁਸੀਂ ਇਹਦੇ ਤੇ ਕਰਸਰ ਲੈ ਕੇ ਜਾਓਗੇ ਕਲਿੱਕ ਕਰੋਗੇ ਦੈਨ ਇਹ ਯੂਜ਼ਰ ਨੇਮ ਨੂੰ ਸਾਨੂੰ ਡਿਲੀਟ ਨਹੀਂ ਕਰਨਾ ਪਏਗਾ ਵੀ ਕੈਨ ਡਾਇਰੈਕਟਲੀ ਸਟਾਰਟ ਰਾਈਟਿੰਗ ਯੂਜ਼ਰ ਨੇਮ ਔਰ ਜਿੰਨੀ ਦੇਰ ਤੱਕ ਤੁਸੀਂ ਨਹੀਂ ਲਿਖੋਗੇ ਤੇ ਟਿਲ ਦੈਨ ਇਹ ਯੂਜ਼ਰ ਨੇਮ ਤੁਹਾਡੇ ਕੋਲ ਵਿਜ਼ੀਬਲ ਰਹੇਗਾ। ਇਸ ਤਰੀਕੇ ਨਾਲ ਵੀ ਪਲੇਸ ਹੋਲਡਰ ਨੂੰ ਯੂਜ਼ ਕਰ ਸਕਦੇ ਹਾਂ। I hope this lesson is clear to you and you will explore more form elements। ਜਿੰਨੇ ਵੀ ਸਾਰੇ form elements ਹੈ ਤੁਸੀਂ ਦੇਖਿਆ ਕਿ ਇਨਪੁਟ ਲਗਾਉਣ ਦੇ ਨਾਲ ਕਾਫੀ ਐਲੀਮੈਂਟਸ ਜਿਹੜੇ ਨੇ ਉਹ ਆ ਰਹੇ ਨੇ। ਤੁਸੀਂ ਉਹਨਾਂ ਸਾਰਿਆਂ ਨੂੰ ਟਰਾਈ ਕਰੋਗੇ ਔਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਪੈਸੀਫਾਈ ਕਰੋਗੇ ਕਿ ਤੁਹਾਨੂੰ ਇਹ ਲੈਸਨ ਕਿਸ ਤਰ੍ਹਾਂ ਦਾ ਲੱਗਾ। And that's all for today's lesson. See you in the next lesson. Till then, take care. Bye bye.